ਸਤਿ ਸ਼੍ਰੀ ਅਕਾਲ ਜੀ। ਤੁਸੀਂ ਦੇਖ ਰਹੇ ਹੋ ਪੰਜਾਬ ਮਿਲ USA ਟੀਵੀ ਤੇ ਪ੍ਰੋਗਰਾਮ ਇੰਟਰਨੈਸ਼ਨਲ ਅਪਡੇਟ ਲੈ ਕੇ ਮੈਂ ਸੁਰਭੀ ਸ਼ਰਮਾ ਇੱਕ ਵਾਰ ਫਿਰ ਤੋਂ ਹਾਜ਼ਰ ਹੋ ਚੁੱਕੀ ਹਾਂ। ਜੀ ਹਾਂ, ਪ੍ਰੋਗਰਾਮ ਦੇ ਵਿੱਚ ਅਸੀਂ ਅੱਜ ਗੱਲ ਕਰਾਂਗੇ ਅਮਰੀਕਾ ਦੇ ਨਾਲ ਜੁੜੀ ਹੋਈ ਇੱਕ ਖਾਸ ਖਬਰ ਦੇ ਉੱਤੇ, ਜਿਸ ਵਿੱਚ ਡੋਨਲਡ ਟਰੰਪ ਨੇ ਇੱਕ ਵਾਰ ਫਿਰ ਤੋਂ ਟੈਰਿਫ ਦਾ ਦਾਅਵਾ ਬੋਲ ਦਿੱਤਾ ਹੈ, ਜਿਸ ਨੂੰ ਲੈ ਕੇ ਉਹ ਸ਼ੁਰੂ ਤੋਂ ਹੀ ਕਾਫੀ ਜ਼ਿਆਦਾ ਸਖਤ ਨੇ। ਇਸ ਦੇ ਨਾਲ ਹੀ ਨੋਬਲ ਸ਼ਾਂਤੀ ਪੁਰਸਕਾਰ ਨੂੰ ਲੈ ਕੇ ਡੋਨਲਡ ਟਰੰਪ ਦਾ ਨਾਮ ਜੋ ਹੈ ਉਹ ਲਿਆ ਜਾ ਰਿਹਾ। ਇਸ ਤੋਂ ਇਲਾਵਾ ਤੁਹਾਨੂੰ ਇਹ ਵੀ ਦੱਸਾਂਗੀ ਕਿ ਇੱਕ ਜਹਾਜ਼ ਦੇ ਵਿੱਚ ਕਿਸ ਤਰੀਕੇ ਦੇ ਨਾਲ ਮਧੂਮੱਖੀਆਂ ਨੇ ਅਟੈਕ ਕਰ ਦਿੱਤਾ ਤੇ ਕੀ ਸਿਚੁਏਸ਼ਨ ਪੈਦਾ ਹੋਈ। ਸੋ ਸ਼ੁਰੂਆਤ ਕਰਦੇ ਹਾਂ ਪਹਿਲੀ ਅਪਡੇਟ ਤੋਂ, ਜਿਸ ਵਿੱਚ ਇਹ ਕਿਹਾ ਜਾ ਰਿਹਾ ਹੈ ਕਿ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਨੋਬਲ ਸ਼ਾਂਤੀ ਪੁਰਸਕਾਰ ਮਿਲਣਾ ਚਾਹੀਦਾ ਹੈ। ਇਹ ਨੋਬਲ ਸ਼ਾਂਤੀ ਪੁਰਸਕਾਰ ਅਕਸਰ ਉਹਨਾਂ ਨੂੰ ਮਿਲਦਾ ਹੈ ਜੋ ਬਹੁਤ ਵੱਡਾ ਰੋਲ ਅਦਾ ਕਰਦੇ ਨੇ ਸ਼ਾਂਤੀ ਪੈਦਾ ਕਰਨ ਦੇ ਵਿੱਚ, ਯਾਨੀ ਕਿ ਜੰਗਬੰਦੀ ਹੋ ਗਈ, ਜਿਵੇਂ ਜੰਗਬੰਦੀ ਕਰਵਾਉਣ ਵਿੱਚ ਵੱਡੀ ਭੂਮਿਕਾ ਨਿਭਾਉਂਦੇ ਨੇ ਔਰ ਰਾਸ਼ਟਰਪਤੀ ਡੋਨਲਡ ਟਰੰਪ ਦੀ ਵੱਡੀ ਭੂਮਿਕਾ ਇਸ ਵੇਲੇ ਨਜ਼ਰ ਆ ਰਹੀ ਹੈ। ਇਸ ਕਰਕੇ ਇਹ ਜੋ ਨੋਬਲ ਪੁਰਸਕਾਰ ਹੈ ਉਹਨਾਂ ਨੂੰ ਦੇਣ ਦੀ ਗੱਲ ਕਹੀ ਜਾ ਰਹੀ ਹੈ। ਜੇ ਮੈਂ ਭਾਰਤ ਅਤੇ ਪਾਕਿਸਤਾਨ ਦੀ ਗੱਲ ਕਰਾਂ ਤੇ ਇਹਨਾਂ ਦੋਨਾਂ ਦੇਸ਼ਾਂ ਦੀ ਜੰਗਬੰਦੀ ਵੀ ਟਰੰਪ ਵੱਲੋਂ ਕਰਵਾਈ ਗਈ ਹੈ ਅਤੇ ਟਰੰਪ ਖੁਦ ਇਸ ਗੱਲ ਦਾ ਸਿਹਰਾ ਕਾਫੀ ਲੰਬੇ ਸਮੇਂ ਤੋਂ ਲੈਂਦੇ ਆ ਰਹੇ ਨੇ ਔਰ ਕਈ ਵਾਰ ਤਾਂ ਡੋਨਲਡ ਟਰੰਪ ਨੇ ਸਾਫ਼-ਸਾਫ਼ ਆਖ ਦਿੱਤਾ ਹੈ ਕਿ ਇਹ ਜੰਗਬੰਦੀ ਉਹਨਾਂ ਦੇ ਕਰਕੇ ਹੋਈ ਹੈ। ਅਗਰ ਉਹ ਨਾ ਹੁੰਦੇ ਤਾਂ ਸ਼ਾਇਦ ਇਹ ਜੰਗਬੰਦੀ ਨਾ ਹੋ ਪਾਉਂਦੀ ਅਤੇ ਪਰਮਾਣੂ ਯੁੱਧ ਵੀ ਹੋ ਸਕਦਾ ਸੀ, ਜਿਸ ਦੇ ਨਾਲ ਲੱਖਾਂ ਲੋਕਾਂ ਦੀ ਜਾਨ ਚਲੀ ਜਾਂਦੀ ਹੈ। ਪਰ ਭਾਰਤ ਇਸ ਗੱਲ ਨੂੰ ਇਨਕਾਰ ਕਰਦਾ ਹੈ। ਭਾਰਤ ਦਾ ਕਹਿਣਾ ਹੈ ਕਿ ਭਾਰਤ ਤੇ ਪਾਕਿਸਤਾਨ ਦੇ ਜੋ ਸੈਨਾ ਮੁਖੀ ਨੇ ਉਹਨਾਂ ਨੇ ਆਪਸ ਦੇ ਵਿੱਚ ਹੀ ਗੱਲਬਾਤ ਕਰਕੇ ਇਸ ਤੇ ਜੰਗਬੰਦੀ ਨੂੰ ਕੀਤਾ ਸੀ, ਪਰ ਪਾਕਿਸਤਾਨ ਵੀ ਇੱਥੇ ਮੁਕਰ ਰਿਹਾ ਹੈ। ਪਾਕਿਸਤਾਨ ਕਹਿ ਰਿਹਾ ਹੈ ਕਿ ਡੋਨਲਡ ਟਰੰਪ ਦੀ ਬਦੌਲਤ ਹੀ ਇਹ ਜੰਗਬੰਦੀ ਹੋਈ ਹੈ। ਇਸ ਕਰਕੇ ਪਾਕਿਸਤਾਨ ਨੇ ਵੀ ਨੋਬਲ ਸ਼ਾਂਤੀ ਪੁਰਸਕਾਰ ਦੇ ਲਈ ਟਰੰਪ ਦਾ ਨਾਮ ਸਾਹਮਣੇ ਰੱਖਿਆ ਸੀਗਾ ਔਰ ਇਸ ਤੋਂ ਬਾਅਦ ਹੁਣ ਦੁਬਾਰਾ ਤੋਂ ਟਰੰਪ ਦਾ ਨਾਮ ਨੋਬਲ ਪੁਰਸਕਾਰ ਦੇ ਲਈ ਨਾਮਜ਼ਦ ਕੀਤਾ ਗਿਆ ਤੇ ਕਿਸ ਦੇ ਵੱਲੋਂ ਇਹ ਨਾਮਜ਼ਦ ਕੀਤਾ ਗਿਆ ਹੈ ਤੁਹਾਨੂੰ ਦੱਸ ਦਿੰਦੀ ਹਾਂ ਕਿ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇ, ਯਾਨੀ ਕਿ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਅਮਰੀਕਾ ਦੇ ਰਾਸ਼ਟਰਪਤੀ ਲਈ ਇਸ ਪੁਰਸਕਾਰ ਦੇ ਲਈ ਉਹਨਾਂ ਦਾ ਨਾਮ ਨਾਮਜ਼ਦ ਕੀਤਾ ਹੈ। ਗਾਜ਼ਾ ਵਿੱਚ ਜੰਗਬੰਦੀ ਦੀਆਂ ਕੋਸ਼ਿਸ਼ਾਂ ਦੇ ਵਿਚਕਾਰ ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਅਮਰੀਕਾ ਪਹੁੰਚੇ ਹੋਏ ਹਨ। ਇੱਥੇ ਉਹਨਾਂ ਨੇ ਵਾਈਟ ਹਾਊਸ ਵਿੱਚ ਰਾਤ ਦੇ ਖਾਣੇ ਤੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਨੇਤਨਯਾਹੂ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਨੋਬਲ ਸ਼ਾਂਤੀ ਪੁਰਸਕਾਰ ਲਈ ਨਾਮਜ਼ਦ ਕਰਨ ਬਾਰੇ ਗੱਲ ਵੀ ਕੀਤੀ। ਪ੍ਰਧਾਨ ਮੰਤਰੀ ਨੇਤਨਯਾਹੂ ਨੇ ਕਿਹਾ ਕਿ ਉਹ ਤੁਹਾਨੂੰ ਨੋਬਲ ਪੁਰਸਕਾਰ ਕਮੇਟੀ ਨੂੰ ਭੇਜਿਆ ਗਿਆ ਪੱਤਰ ਪੇਸ਼ ਕਰਨਾ ਚਾਹੁੰਦੇ ਹਨ। ਇਸ ਵਿੱਚ ਤੁਹਾਨੂੰ ਸ਼ਾਂਤੀ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ, ਜਿਸ ਦੇ ਤੁਸੀਂ ਹੱਕਦਾਰ ਹੋ ਅਤੇ ਤੁਹਾਨੂੰ ਇਹ ਮਿਲਣਾ ਚਾਹੀਦਾ ਹੈ। ਇਹ ਸਾਰੀਆਂ ਗੱਲਾਂ ਬੈਂਜਾਮਿਨ ਨੇਤਨਯਾਹੂ ਨੇ ਡੋਨਲਡ ਟਰੰਪ ਦੇ ਨਾਲ ਕੀਤੀਆਂ ਔਰ ਉਹਨਾਂ ਨੇ ਕਿਹਾ ਕਿ ਇਸ ਦੇ ਹੱਕਦਾਰ ਨੇ ਡੋਨਲਡ ਟਰੰਪ। ਜੰਗਬੰਦੀ ਦੇ ਵਿੱਚ ਇੱਕ ਵੱਡੀ ਭੂਮਿਕਾ ਡੋਨਲਡ ਟਰੰਪ ਨੇ ਨਿਭਾਈ ਹੈ। ਇਜ਼ਰਾਈਲ ਤੇ ਗਾਜ਼ਾ ਦਾ ਯੁੱਧ ਕਾਫੀ ਲੰਬੇ ਸਮੇਂ ਤੋਂ ਚੱਲ ਰਿਹਾ ਸੀਗਾ ਔਰ ਇਸ ਯੁੱਧ ਨੇ ਇੱਕ ਭਿਆਨਕ ਰੂਪ ਵੀ ਧਾਰਨਾ ਸ਼ੁਰੂ ਕਰ ਦਿੱਤਾ ਸੀਗਾ। ਇਜ਼ਰਾਈਲ ਔਰ ਹਮਾਸ ਵਿਚਾਲੇ ਚੱਲੇ ਯੁੱਧ ਨੂੰ ਕਾਫੀ ਲੰਬਾ ਸਮਾਂ ਹੋ ਗਿਆ ਔਰ ਇਸ ਤੋਂ ਬਾਅਦ ਇਸ ਵਿੱਚ ਕਿਤੇ ਨਾ ਕਿਤੇ ਜਾ ਕੇ ਠਹਿਰਾਵ ਆਇਆ ਅਤੇ ਇਸ ਦੇ ਜੋ ਕ੍ਰੈਡਿਟ ਜਾਂਦਾ ਉਹ ਡੋਨਲਡ ਟਰੰਪ ਨੂੰ ਜਾਂਦਾ ਹੈ। ਡੋਨਲਡ ਟਰੰਪ ਨੇ ਇਰਾਨ ਦੇ ਉੱਤੇ ਹਮਲਾ ਕੀਤਾ। ਇਰਾਨ ਦੇ ਕਾਫੀ ਜ਼ਿਆਦਾ ਜੋ ਪਰਮਾਣੂ ਟਿਕਾਣੇ ਸੀ ਉੱਥੇ ਵੀ ਹਮਲਾ ਕੀਤਾ ਔਰ ਇਸ ਨਾਲ ਹਮਲੇ ਦੇ ਵਿੱਚ ਉਹਨਾਂ ਦੀ ਕਾਫੀ ਚੀਜ਼ਾਂ ਨੂੰ ਨੁਕਸਾਨ ਪਹੁੰਚਿਆ। ਇਸ ਤੋਂ ਬਾਅਦ ਡੋਨਲਡ ਟਰੰਪ ਨੇ ਉਹਨਾਂ ਨੂੰ ਧਮਕੀ ਦਿੱਤੀ ਸੀ ਕਿ ਇਸ ਯੁੱਧ ਨੂੰ ਤੁਰੰਤ ਰੋਕ ਦਿਓ, ਨਹੀਂ ਤਾਂ ਬਹੁਤ ਬੁਰਾ ਹੋਵੇਗਾ। ਸੋ ਟਰੰਪ ਨੇ ਇੱਕ ਬਹੁਤ ਵੱਡਾ ਯੋਗਦਾਨ ਪਾਇਆ, ਜਿਸ ਕਰਕੇ ਇਰਾਨ ਤੇ ਇਜ਼ਰਾਈਲ ਦਾ ਯੁੱਧ ਸੀ ਉਹ ਥੰਮ ਗਿਆ। ਪਰ ਹਲੇ ਵੀ ਕਿਤੇ ਨਾ ਕਿਤੇ ਗਾਜ਼ਾ ਹੋ ਗਏ, ਹਮਾਸ ਹੋ ਗਏ, ਇਹਨਾਂ ਦੇ ਨਾਲ ਯੁੱਧ ਦੀ ਕਿਤੇ ਨਾ ਕਿਤੇ ਥੋੜੀ ਬਹੁਤ ਆਸ਼ੰਕਾ ਹੈ, ਪਰ ਇਹ ਸਭ ਯੁੱਧ ਹਲੇ ਰੁਕੇ ਹੋਏ ਹਨ। ਫਿਰ ਵੀ ਕਿਤੇ ਨਾ ਕਿਤੇ ਇਹ ਜ਼ਰੂਰ ਲੱਗਦਾ ਹੈ ਕਿ ਇਹ ਹਮਲੇ ਦੁਬਾਰਾ ਹੋ ਸਕਦੇ ਨੇ। ਇਸ ਨੂੰ ਲੈ ਕੇ ਹੀ ਇਜ਼ਰਾਈਲ ਦੇ ਜੋ ਪ੍ਰਧਾਨ ਮੰਤਰੀ ਨੇ ਉਹ ਅਮਰੀਕਾ ਪਹੁੰਚੇ ਨੇ। ਇੱਥੇ ਬੈਠ ਕੇ ਗੱਲਬਾਤ ਕੀਤੀ ਜਾ ਰਹੀ ਹੈ। ਇਸ ਦੌਰਾਨ ਹੀ ਉਹਨਾਂ ਨੇ ਆਪਣੀ ਇੱਛਾ ਜ਼ਾਹਰ ਕੀਤੀ ਕਿ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਨੋਬਲ ਸ਼ਾਂਤੀ ਪੁਰਸਕਾਰ ਮਿਲਣਾ ਚਾਹੀਦਾ ਹੈ। ਦਰਅਸਲ ਮੀਟਿੰਗ ਦੌਰਾਨ ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਕਿਹਾ ਕਿ ਉਹਨਾਂ ਨੂੰ ਨੋਬਲ ਸ਼ਾਂਤੀ ਪੁਰਸਕਾਰ ਲਈ ਨਾਮਜ਼ਦ ਕੀਤਾ ਹੈ। ਵਾਈਟ ਹਾਊਸ ਦੇ ਵਿੱਚ ਇੱਕ ਮੀਟਿੰਗ ਦੌਰਾਨ ਉਹਨਾਂ ਨੇ ਟਰੰਪ ਨੂੰ ਨਾਮਜ਼ਦਗੀ ਪੱਤਰ ਵੀ ਸੌਂਪਿਆ ਅਤੇ ਆਪਣੀ ਮੀਟਿੰਗ ਦੀ ਸ਼ੁਰੂਆਤ ਵਿੱਚ ਪੱਤਰਕਾਰਾਂ ਦੇ ਨਾਲ ਗੱਲ ਕਰਦੇ ਹੋਏ ਨੇਤਨਯਾਹੂ ਨੇ ਕਿਹਾ ਕਿ ਇਜ਼ਰਾਈਲ ਅਮਰੀਕਾ ਦੇ ਨਾਲ ਉਹਨਾਂ ਦੇਸ਼ਾਂ ਦੀ ਭਾਲ ਕਰ ਰਿਹਾ ਹੈ ਜੋ ਫਲਸਤੀਨੀਆਂ ਨੂੰ ਬਿਹਤਰ ਭਵਿੱਖ ਦੇ ਸਕਦੇ ਹਨ। ਇਸ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਅਸੀਂ ਬਹੁਤ ਸਾਰੀਆਂ ਜੰਗਾਂ ਰੋਕੀਆਂ ਹਨ। ਇਹਨਾਂ ਵਿੱਚੋਂ ਸਭ ਤੋਂ ਵੱਡੀ ਜੰਗ ਭਾਰਤ ਤੇ ਪਾਕਿਸਤਾਨ ਦੇ ਵਿਚਕਾਰ ਸੀ। ਅਸੀਂ ਇਸ ਨੂੰ ਵਪਾਰ ਦੇ ਮੁੱਦੇ ਤੇ ਰੋਕ ਦਿੱਤਾ। ਅਸੀਂ ਭਾਰਤ ਅਤੇ ਪਾਕਿਸਤਾਨ ਦੇ ਨਾਲ ਕੰਮ ਕਰ ਰਹੇ ਹਾਂ। ਅਸੀਂ ਕਿਹਾ ਸੀ ਕਿ ਜੇਕਰ ਤੁਸੀਂ ਲੜਨ ਜਾ ਰਹੇ ਹੋ ਤਾਂ ਅਸੀਂ ਤੁਹਾਡੇ ਨਾਲ ਬਿਲਕੁਲ ਵੀ ਕੰਮ ਨਹੀਂ ਕਰਾਂਗੇ। ਉਹ ਸ਼ਾਇਦ ਪਰਮਾਣੂ ਹਥਿਆਰਾਂ ਦੀ ਵਰਤੋਂ ਕਰਨ ਦੀ ਸਥਿਤੀ ਵਿੱਚ ਸਨ
ਇਸ ਨੂੰ ਰੋਕਣਾ ਸੱਚਮੁੱਚ ਮਹੱਤਵਪੂਰਨ ਸੀਗਾ। ਅਗਰ ਐਸਾ ਨਹੀਂ ਹੁੰਦਾ ਤਾਂ ਬਹੁਤ ਇਹ ਭਿਆਨਕ ਰੂਪ ਧਾਰ ਸਕਦਾ ਸੀਗਾ। ਜਿਵੇਂ ਮੈਂ ਪਹਿਲਾਂ ਤੁਹਾਨੂੰ ਕਿਹਾ ਕਿ ਇਸ ਜੰਗਬੰਦੀ ਦਾ ਸਿਹਰਾ ਡੋਨਾਲਡ ਟਰੰਪ ਆਪਣੇ ਸਿਰ ਲੈਂਦੇ ਆਏ ਨੇ। ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਕੀ ਅਮਰੀਕਾ ਈਰਾਨ ਤੇ ਇੱਕ ਹੋਰ ਹਮਲਾ ਕਰਨ ਜਾ ਰਿਹਾ ਹੈ, ਤਾਂ ਟਰੰਪ ਨੇ ਕਿਹਾ ਕਿ ਮੈਨੂੰ ਉਮੀਦ ਹੈ ਕਿ ਸਾਨੂੰ ਇਹ ਨਹੀਂ ਕਰਨਾ ਪਵੇਗਾ ਤੇ ਉਹ ਕਲਪਨਾ ਵੀ ਨਹੀਂ ਕਰ ਸਕਦੇ ਕਿ ਅਸੀਂ ਇਹ ਕਰਨਾ ਚਾਹਾਂਗੇ ਜਾਂ ਉਹ ਇਹ ਕਰਨਾ ਚਾਹਣਗੇ। ਯਾਨੀ ਕਿ ਟਰੰਪ ਵੱਲੋਂ ਸਾਫ਼ ਕਹਿ ਦਿੱਤਾ ਗਿਆ ਕਿ ਐਸਾ ਨਹੀਂ ਹੋਣਾ ਚਾਹੀਦਾ ਔਰ ਅਗਰ ਇਹ ਸ਼ਾਂਤੀ ਬਣੀ ਹੋਈ ਹੈ ਤੇ ਇਸੇ ਤਰੀਕੇ ਨਾਲ ਸ਼ਾਂਤੀ ਬਰਕਰਾਰ ਰਹੇ। ਮੀਡੀਆ ਦੇ ਨਾਲ ਗੱਲ ਕਰਦੇ ਹੋਏ ਨੇਤਨਯਾਹੂ ਨੇ ਇੱਥੇ ਕਿਹਾ ਕਿ ਗਾਜ਼ਾ ਇੱਕ ਖੁੱਲੀ ਜਗ੍ਹਾ ਹੋਣੀ ਚਾਹੀਦੀ ਹੈ, ਜੇਲ੍ਹ ਨਹੀਂ। ਉਹਨਾਂ ਨੇ ਕਿਹਾ ਕਿ ਜੇਕਰ ਲੋਕ ਰਹਿਣਾ ਚਾਹੁੰਦੇ ਹਨ ਤਾਂ ਉਹ ਰਹਿ ਸਕਦੇ ਹਨ, ਪਰ ਜੋ ਜਾਣਾ ਚਾਹੁੰਦੇ ਹਨ ਉਹਨਾਂ ਨੂੰ ਇੱਕ ਵਿਕਲਪ ਮਿਲਣਾ ਚਾਹੀਦਾ ਹੈ। ਇਸ ਲਈ ਅਮਰੀਕਾ ਅਤੇ ਇਜ਼ਰਾਈਲ ਇਕੱਠੇ ਉਹਨਾਂ ਦੇਸ਼ਾਂ ਦੀ ਭਾਲ ਕਰ ਰਹੇ ਹਨ ਜੋ ਫਲਸਤੀਨੀਆਂ ਨੂੰ ਬਿਹਤਰ ਭਵਿੱਖ ਦੇਣਾ ਚਾਹੁੰਦੇ ਹਨ। ਤੁਹਾਨੂੰ ਦੱਸ ਦਈਏ ਕਿ ਫਰਵਰੀ ਦੇ ਸ਼ੁਰੂ ਦੇ ਵਿੱਚ ਟਰੰਪ ਨੇ ਕਿਹਾ ਸੀ ਕਿ ਅਮਰੀਕਾ ਗਾਜ਼ਾ ਦਾ ਕੰਟਰੋਲ ਆਪਣੇ ਹੱਥਾਂ ਵਿੱਚ ਲੈ ਲਵੇਗਾ ਅਤੇ ਉੱਥੋਂ ਦੇ ਲੋਕਾਂ ਨੂੰ ਦੂਜੇ ਦੇਸ਼ਾਂ ਵਿੱਚ ਭੇਜ ਦਿੱਤਾ ਜਾਵੇਗਾ। ਇਸ ਵਾਰ ਨੇਤਨਯਾਹੂ ਅਤੇ ਟਰੰਪ ਵਿਚਕਾਰ ਮੁਲਾਕਾਤ ਬਹੁਤ ਨਿੱਜੀ ਸੀ। ਨਾ ਤਾਂ ਲਾਈਵ ਕਵਰੇਜ, ਨਾ ਹੀ ਕੈਮਰੇ ਦੇ ਸਾਹਮਣੇ ਲੰਬੀ ਗੱਲਬਾਤ ਜੋ ਆਮ ਤੌਰ ਤੇ ਇਨ੍ਹਾਂ ਮੀਟਿੰਗਾਂ ਵਿੱਚ ਹੁੰਦੀ ਹੈ। ਇਸ ਮੀਟਿੰਗ ਨੂੰ ਪ੍ਰਾਈਵੇਟ ਡਿਨਰ ਕਿਹਾ ਜਾ ਰਿਹਾ ਹੈ। ਦੁਪਹਿਰ ਨੂੰ ਨੇਤਨਯਾਹੂ ਨੇ ਟਰੰਪ ਦੇ ਮੱਧ ਪੂਰਬ ਸਲਾਹਕਾਰ ਸਟੀਵ ਵਿਟਕੋਫ ਅਤੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਦੇ ਨਾਲ ਵੀ ਗੱਲਬਾਤ ਕੀਤੀ। ਹਾਲਾਂਕਿ ਇਨ੍ਹਾਂ ਮੀਟਿੰਗਾਂ ਦੇ ਵੇਰਵੇ ਜਨਤਕ ਨਹੀਂ ਕੀਤੇ ਗਏ ਹਨ, ਪਰ ਇਹ ਜ਼ਰੂਰ ਕਿਹਾ ਜਾ ਰਿਹਾ ਹੈ ਕਿ ਇਹ ਮੀਟਿੰਗ ਕਾਫੀ ਜ਼ਿਆਦਾ ਖਾਸ ਤੇ ਮਹੱਤਵਪੂਰਨ ਰਹੀ ਹੈ ਔਰ ਇਸ ਮੀਟਿੰਗ ਵਿੱਚ ਬਹੁਤ ਸਾਰੀਆਂ ਹੋਰ ਵੀ ਇੰਪੋਰਟੈਂਟ ਗੱਲਾਂ ਹੋਈਆਂ ਨੇ। ਹੁਣ ਗੱਲ ਕਰਦੇ ਹਾਂ ਜੀ ਟਰੰਪ ਦੇ ਟੈਰਿਫ ਵਾਰ ਦੀ। ਇਹ ਟੈਰਿਫ ਵਾਰ ਜੋ ਟਰੰਪ ਸ਼ੁਰੂ ਤੋਂ ਹੀ ਜਦੋਂ ਤੋਂ ਰਾਸ਼ਟਰਪਤੀ ਬਣੇ ਨੇ ਉਦੋਂ ਤੋਂ ਟੈਰਿਫ ਵਾਰ ਕਰਦੇ ਆ ਰਹੇ ਨੇ ਔਰ ਇਸ ਟੈਰਿਫ ਵਾਰ ਦੇ ਵਿੱਚ ਬਹੁਤ ਸਾਰੇ ਦੇਸ਼ ਸ਼ਾਮਲ ਹੋਏ ਨੇ। ਯਾਨੀ ਕਿ ਬਹੁਤ ਸਾਰੇ ਦੇਸ਼ਾਂ ਦੇ ਉੱਤੇ ਇਹ ਵਾਰ ਹੋਇਆ ਹੈ। ਇਸ ਦੇ ਨਾਲ ਟਰੰਪ ਨੇ ਆਪਣੀ ਨਵੀਂ ਸੂਚੀ ਜਾਰੀ ਕਰ ਦਿੱਤੀ ਹੈ ਜਿਸ ਵਿੱਚ ਬਹੁਤ ਸਾਰੇ ਦੇਸ਼ਾਂ ਦੇ ਉੱਤੇ ਉਹਨਾਂ ਨੇ ਟੈਰਿਫ ਲਗਾਏ ਨੇ। ਇਸ ਤੋਂ ਪਹਿਲਾਂ ਡੋਨਾਲਡ ਟਰੰਪ ਨੇ ਆਪਣੇ ਪੱਤਰ ਭੇਜੇ ਸੀ ਕਈ ਦੇਸ਼ਾਂ ਨੂੰ ਜਿਸ ਵਿੱਚ ਸਾਫ਼ ਤੌਰ ਤੇ ਲਿਖਿਆ ਗਿਆ ਸੀਗਾ ਕਿ ਤੁਹਾਡੇ ਉੱਤੇ ਇੰਨਾ ਟੈਰਿਫ ਲਗਾਇਆ ਜਾ ਰਿਹਾ ਹੈ ਔਰ ਇਸ ਦੇ ਨਾਲ ਇੱਕ ਚੇਤਾਵਨੀ ਵੀ ਦਿੱਤੀ ਗਈ ਸੀਗੀ। ਇਸ ਬਾਰੇ ਵੀ ਗੱਲ ਕਰਾਂਗੇ, ਪਰ ਇਸ ਦੇ ਨਾਲ ਤੁਹਾਨੂੰ ਦੱਸ ਦਵਾਂ ਕਿ 14 ਦੇਸ਼ਾਂ ਤੇ ਟਰੰਪ ਨੇ ਟੈਰਿਫ ਬੰਬ ਸੁੱਟ ਦਿੱਤਾ ਹੈ। ਇਸ ਵਿੱਚ ਬੰਗਲਾਦੇਸ਼ ਤੇ ਜਾਪਾਨ ਵੀ ਸ਼ਾਮਲ ਨੇ ਤੇ ਹੋਰ ਵੀ ਬਹੁਤ ਸਾਰੇ ਦੇਸ਼ ਸ਼ਾਮਲ ਨੇ। ਇਸ ਟੈਰਿਫ ਅਟੈਕ ਤੋਂ ਬਾਅਦ ਹੁਣ ਇਹ ਦੇਸ਼ ਆਪਣਾ ਕੀ ਫੈਸਲਾ ਲੈਂਦੇ ਨੇ ਇਹ ਵੀ ਦੇਖਣਾ ਬਹੁਤ ਜ਼ਰੂਰੀ ਹੈ। ਪਰ ਭਾਰਤ ਦੇ ਨਾਲ ਇਸ ਦਾ ਕੀ ਵਿਵਹਾਰ ਹੈ ਇਸ ਉੱਤੇ ਚਰਚਾ ਹੋਣੀ ਚਾਹੀਦੀ ਹੈ। ਭਾਰਤ ਦੇ ਉੱਤੇ ਕੀ ਟੈਕਸ ਲੱਗਾ ਕਿ ਨਹੀਂ ਲੱਗਾ ਇਸ ਬਾਰੇ ਤੁਹਾਨੂੰ ਵਿਸਤਾਰ ਦੇ ਨਾਲ ਦੱਸਦੇ ਹਾਂ। ਪਹਿਲਾਂ ਤੁਹਾਨੂੰ ਦੱਸ ਦਵਾਂ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਅਮਰੀਕਾ ਭਾਰਤ ਨਾਲ ਇੱਕ ਵੱਡਾ ਵਪਾਰ ਸੌਦਾ ਕਰਨ ਦੇ ਨੇੜੇ ਹੈ, ਜੋ ਕਿ ਬਹੁਤ ਚੰਗੀ ਗੱਲ ਹੈ। ਅਮਰੀਕਾ ਦੇ ਨਾਲ ਭਾਰਤ ਦੇ ਰਿਸ਼ਤੇ ਅਗਰ ਸੁਧਰਨਗੇ, ਅਗਰ ਹੋਰ ਵਧੀਆ ਹੋਣਗੇ, ਇਹ ਦੋਨਾਂ ਦੇਸ਼ਾਂ ਲਈ ਬਹੁਤ ਵਧੀਆ ਹੈ। ਔਰ ਇਸੇ ਦੇ ਨਾਲ ਹੀ ਟਰੰਪ ਦੇ ਵੱਲੋਂ ਇੱਕ ਸੂਚੀ ਜਾਰੀ ਕੀਤੀ ਗਈ ਹੈ ਜਿਸ ਵਿੱਚ ਕਈ ਦੇਸ਼ਾਂ ਨੂੰ ਟੈਕਸ ਲਗਾਇਆ ਗਿਆ ਹੈ। ਅਮਰੀਕਾ ਦਾ ਇੱਥੇ ਇਹ ਕਹਿਣਾ ਹੈ ਕਿ ਉਹ ਭਾਰਤ ਦੇ ਨਾਲ ਇੱਕ ਚੰਗੀ ਗੱਲਬਾਤ ਤੇ ਹੈ ਅਤੇ ਭਾਰਤ ਦੇ ਨਾਲ ਇੱਕ ਵੱਡਾ ਵਪਾਰ ਸੌਦਾ ਕਰਨ ਦੇ ਬਹੁਤ ਹੀ ਕਰੀਬ ਹੈ। ਟਰੰਪ ਨੇ ਇਹ ਬਿਆਨ ਸੋਮਵਾਰ ਰਾਤ ਨੂੰ ਵਾਈਟ ਹਾਊਸ ਵਿੱਚ ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੀ ਮੇਜ਼ਬਾਨੀ ਕਰਦੇ ਹੋਏ ਦਿੱਤਾ। ਪਰ ਇਸ ਦੇ ਨਾਲ ਹੀ ਟਰੰਪ ਨੇ 14 ਦੇਸ਼ਾਂ ਤੇ ਨਵੇਂ ਟੈਰਿਫ ਲਗਾਉਣ ਦਾ ਵੀ ਐਲਾਨ ਕੀਤਾ। ਇਹ 1 ਅਗਸਤ ਤੋਂ ਲਾਗੂ ਹੋਣਗੇ, ਜਿਸ ਨੂੰ ਬਹੁਤ ਥੋੜਾ ਸਮਾਂ ਬਾਕੀ ਹੈ। 9 ਜੁਲਾਈ ਉਹ ਸਮਾਂ ਜਦੋਂ ਇਨ੍ਹਾਂ ਟੈਰਿਫ ਦੀ ਮੁਲਤਵੀ ਖਤਮ ਹੋ ਗਈ ਸੀ। ਯਾਨੀ ਕਿ 9 ਜੁਲਾਈ ਤੱਕ 90 ਦਿਨ ਦਿੱਤੇ ਗਏ ਸੀਗੇ ਜਿਸ ਵਿੱਚ ਟੈਕਸ ਨੂੰ ਲੈ ਕੇ 90 ਦਿਨ ਦਾ ਸਮਾਂ ਸੀ ਔਰ ਇਸ ਸਮੇਂ ਦੌਰਾਨ ਬਹੁਤ ਸਾਰੇ ਦੇਸ਼ਾਂ ਨੂੰ ਮੌਕਾ ਮਿਲਿਆ ਕਿ ਉਹ ਅਮਰੀਕਾ ਦੇ ਵਿੱਚ ਆ ਕੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਾਲ ਗੱਲਬਾਤ ਕਰਨ ਅਤੇ ਇਸ ਮਸਲੇ ਦਾ ਹੱਲ ਕਰਨ। ਅਗਰ ਉਹਨਾਂ ਨੂੰ ਟੈਰਿਫ ਜ਼ਿਆਦਾ ਲੱਗਦੇ ਨੇ ਤੇ ਇਸ ਮਸਲੇ ਨੂੰ ਲੈ ਕੇ ਵੀ ਉਹ ਚੰਗੇ ਤਰੀਕੇ ਨਾਲ ਟਰੰਪ ਨਾਲ ਗੱਲਬਾਤ ਕਰ ਸਕਦੇ ਸੀ। ਇਸੇ ਸਮੇਂ ਦੌਰਾਨ ਬਹੁਤ ਸਾਰੇ ਦੇਸ਼ਾਂ ਨੇ ਟਰੰਪ ਦੇ ਨਾਲ ਮੁਲਾਕਾਤ ਵੀ ਕੀਤੀ ਔਰ ਡੋਨਾਲਡ ਟਰੰਪ ਦੇ ਨਾਲ ਆਪਣੇ ਰਿਸ਼ਤਿਆਂ ਨੂੰ ਸੁਧਾਰਨ ਦੀ ਕੋਸ਼ਿਸ਼ ਵੀ ਕੀਤੀ, ਜਿਸ ਵਿੱਚ ਚੀਨ ਵੀ ਸ਼ਾਮਲ ਹੈ। ਟਰੰਪ ਦਾ ਕਹਿਣਾ ਹੈ ਕਿ ਅਮਰੀਕਾ ਹੁਣ ਵਪਾਰ ਵਿੱਚ ਕੋਈ ਵੀ ਢਿੱਲ ਨਹੀਂ ਦੇਵੇਗਾ ਅਤੇ ਜਿਹੜੇ ਦੇਸ਼ ਸਮਝੌਤਾ ਨਹੀਂ ਕਰਦੇ ਉਹਨਾਂ ਨੂੰ ਟੈਰਿਫ ਦਾ ਸਾਹਮਣਾ ਕਰਨਾ ਹੀ ਪਵੇਗਾ। ਟਰੰਪ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਵਿੱਚ ਕਿਹਾ ਕਿ ਅਮਰੀਕਾ ਨੇ ਬ੍ਰਿਟੇਨ ਅਤੇ ਚੀਨ ਦੇ ਨਾਲ ਵਪਾਰ ਸਮਝੌਤੇ ਕੀਤੇ ਹਨ। ਉਹਨਾਂ ਨੇ ਦੱਸਿਆ ਕਿ ਜਿਨ੍ਹਾਂ ਦੇਸ਼ਾਂ ਨਾਲ ਸਮਝੌਤਾ ਹੋਣ ਦੀ ਕੋਈ ਉਮੀਦ ਨਹੀਂ ਹੈ ਉਹਨਾਂ ਨੂੰ ਪੱਤਰ ਭੇਜ ਕੇ ਟੈਰਿਫ ਬਾਰੇ ਸੂਚਿਤ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਟਰੰਪ ਨੇ ਵੀ ਕਿਹਾ, ਅਸੀਂ ਸਾਰਿਆਂ ਦੇ ਨਾਲ ਗੱਲ ਕੀਤੀ ਹੈ, ਜੋ ਦੇਸ਼ ਸਾਡੇ ਨਾਲ ਵਪਾਰ ਕਰਨਾ ਚਾਹੁੰਦੇ ਹਨ ਉਹਨਾਂ ਨੂੰ ਟੈਰਿਫ ਦਾ ਭੁਗਤਾਨ ਕਰਨਾ ਪਵੇਗਾ। ਅਸੀਂ ਨਿਰਪੱਖ ਰਹਾਂਗੇ ਪਰ ਹੁਣ ਅਮਰੀਕਾ ਨੂੰ ਕੋਈ ਨੁਕਸਾਨ ਨਹੀਂ ਹੋਣ ਦੇਵਾਂਗੇ। ਯਾਨੀ ਕਿ ਟਰੰਪ ਦਾ ਇਹ ਕਹਿਣਾ ਹੈ ਕਿ ਪਹਿਲਾਂ ਬਹੁਤ ਸਾਰੇ ਦੇਸ਼ਾਂ ਨੇ ਅਮਰੀਕਾ ਉੱਤੇ ਬਹੁਤ ਸਾਰਾ ਟੈਰਿਫ ਲਗਾਇਆ ਜਿਸ ਦੇ ਜਵਾਬ ਵਿੱਚ ਅਮਰੀਕਾ ਨੇ ਕੁਝ ਨਹੀਂ ਕੀਤਾ, ਪਰ ਟਰੰਪ ਹੁਣ ਐਸਾ ਨਹੀਂ ਹੋਣ ਦੇਣਗੇ। ਜਿਹੜਾ ਦੇਸ਼ ਅਮਰੀਕਾ ਦੇ ਜਿੰਨਾ ਟੈਰਿਫ ਲਗਾਏਗਾ ਟਰੰਪ ਉਸ ਤੋਂ ਦੁੱਗਣਾ ਟੈਰਿਫ ਉੱਤੇ ਲਗਾ ਦੇਣਗੇ। ਸੋ 14 ਦੇਸ਼ਾਂ ਦੇ ਟੈਰਿਫ ਦਾ ਡੋਨਾਲਡ ਟਰੰਪ ਨੇ ਐਲਾਨ ਕੀਤਾ ਹੈ ਜਿਹਨਾਂ ਤੇ ਲਗਾਇਆ ਗਿਆ ਹੈ।
ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਟਰੂਥ ਸੋਸ਼ਲ ਤੇ ਇਨ੍ਹਾਂ 14 ਦੇਸ਼ਾਂ ਨੂੰ ਭੇਜੇ ਗਏ ਪੱਤਰ ਸਾਂਝੇ ਕੀਤੇ ਹਨ। ਇਨ੍ਹਾਂ ਵਿੱਚ ਥਾਈਲੈਂਡ, ਮਿਆਂਮਾਰ, ਬੰਗਲਾਦੇਸ਼, ਦੱਖਣੀ ਕੋਰੀਆ, ਜਾਪਾਨ, ਮਲੇਸ਼ੀਆ, ਕਜ਼ਾਕਿਸਤਾਨ, ਦੱਖਣੀ ਅਫਰੀਕਾ, ਲਾਓਸ, ਇੰਡੋਨੇਸ਼ੀਆ, ਟਿਊਨੀਸ਼ੀਆ, ਬੋਸਨੀਆ ਅਤੇ ਹਰਜ਼ੇਗੋਵੀਨਾ, ਸਰਬੀਆ ਅਤੇ ਕੰਬੋਡੀਆ ਸ਼ਾਮਲ ਹਨ। ਇਸ ਸੂਚੀ ਵਿੱਚ ਭਾਰਤ ਦੇਸ਼ ਦਾ ਨਾਮ ਸ਼ਾਮਲ ਨਹੀਂ ਹੈ। ਇਨ੍ਹਾਂ ਦੇਸ਼ਾਂ ਤੇ 1 ਅਗਸਤ ਤੋਂ ਟੈਰਿਫ ਲਗਾਏ ਜਾਣਗੇ। ਸੋ ਥਾਈਲੈਂਡ ਅਤੇ ਕੰਬੋਡੀਆ ਤੇ 36% ਟੈਰਿਫ ਜਿਹੜਾ ਹੈ ਉਹ ਲਗਾਇਆ ਜਾਏਗਾ ਤੇ ਬੰਗਲਾਦੇਸ਼ ਤੇ ਸਰਬੀਆ ਦੀ ਗੱਲ ਕਰਾਂ ਤੇ ਇਹਨਾਂ ਦੋਨਾਂ ਦੇਸ਼ਾਂ ਤੇ 35% ਟੈਰਿਫ ਹੈ। ਮਿਆਂਮਾਰ ਅਤੇ ਲਾਓਸ ਤੇ 40%, ਇੰਡੋਨੇਸ਼ੀਆ ਤੇ ਦੱਖਣੀ ਅਫਰੀਕਾ ਅਤੇ ਬੋਸਨੀਆ ਤੇ 30% ਟੈਰਿਫ ਲਗਾਇਆ ਜਾਏਗਾ। ਇੰਡੋਨੇਸ਼ੀਆ ਤੇ 32% ਹੈ, ਪਰ ਦੱਖਣੀ ਅਫਰੀਕਾ ਅਤੇ ਬੋਸਨੀਆ ਤੇ 30% ਟੈਰਿਫ ਲਗਾਇਆ ਜਾਏਗਾ, ਜਦਕਿ ਮਲੇਸ਼ੀਆ ਤੇ ਕਜ਼ਾਕਿਸਤਾਨ, ਜਾਪਾਨ ਅਤੇ ਦੱਖਣੀ ਕੋਰੀਆ ਤੇ 25% ਟੈਰਿਫ ਲਗਾਇਆ ਜਾਵੇਗਾ। ਟਰੰਪ ਨੇ ਪੱਤਰ ਵਿੱਚ ਚੇਤਾਵਨੀ ਵੀ ਦਿੱਤੀ ਹੈ ਕਿ ਜੇਕਰ ਇਹ ਦੇਸ਼ ਅਮਰੀਕੀ ਸਮਾਨ ਤੇ ਆਪਣੇ ਟੈਰਿਫ ਵਧਾਉਂਦੇ ਹਨ ਤਾਂ ਅਮਰੀਕਾ ਵੀ ਟੈਰਿਫ ਦਰ ਵਧਾਏਗਾ। ਹਾਲਾਂਕਿ ਉਹਨਾਂ ਨੇ ਇਹ ਵੀ ਕਿਹਾ ਕਿ ਜੇਕਰ ਇਹ ਦੇਸ਼ ਆਪਣੀਆਂ ਵਪਾਰਕ ਨੀਤੀਆਂ ਬਦਲਦੇ ਹਨ ਤਾਂ ਟੈਰਿਫ ਘਟਾਏ ਜਾ ਸਕਦੇ ਹਨ। ਯਾਨੀ ਕਿ ਇਹ ਹੁਣ ਉਸ ਦੇਸ਼ ਤੇ ਡਿਪੈਂਡ ਹੈ ਕਿ ਉਹ ਅਮਰੀਕਾ ਦੇ ਨਾਲ ਕਿਹੋ ਜਿਹਾ ਵਿਵਹਾਰ ਕਰਦਾ ਹੈ। ਇਹ ਗੱਲ ਪਹਿਲਾਂ ਵੀ ਕਹੀ ਗਈ ਸੀ ਡੋਨਾਲਡ ਟਰੰਪ ਵੱਲੋਂ ਕਿ ਕਿਹੜਾ ਦੇਸ਼ ਉਹਨਾਂ ਦੇ ਨਾਲ ਕਿਸ ਤਰੀਕੇ ਨਾਲ ਵਿਵਹਾਰ ਕਰੇਗਾ, ਕਿਸ ਤਰੀਕੇ ਦਾ ਬਿਹੇਵੀਅਰ ਹੋਏਗਾ, ਇਸ ਉੱਤੇ ਡਿਪੈਂਡ ਹੋਏਗਾ ਕਿ ਉਸ ਦੇਸ਼ ਤੇ ਕਿੰਨਾ ਟੈਕਸ ਲਗਾਇਆ ਜਾਏਗਾ। ਅਗਰ ਉਹ ਦੇਸ਼ ਅਮਰੀਕਾ ਦੇ ਨਾਲ ਚੰਗੇ ਤਰੀਕੇ ਨਾਲ ਪੇਸ਼ ਆ ਰਿਹਾ ਹੈ, ਚੰਗੇ ਤਰੀਕੇ ਨਾਲ ਵਿਵਹਾਰ ਕਰ ਰਿਹਾ ਹੈ ਅਤੇ ਡੋਨਾਲਡ ਟਰੰਪ ਦੇ ਨਾਲ ਅੱਛੀ ਗੱਲਬਾਤ ਹੈ ਤਾਂ ਇਸ ਨੂੰ ਲੈ ਕੇ ਉਹ ਚੰਗਾ ਉਹਨਾਂ ਦੇ ਨਾਲ ਵਿਵਹਾਰ ਕਰਨਗੇ ਅਤੇ ਟੈਰਿਫ ਨੂੰ ਲੈ ਕੇ ਕੁਝ ਕਮੀ ਵੀ ਕੀਤੀ ਜਾ ਸਕਦੀ ਹੈ, ਇਸ ਟੈਰਿਫ ਨੂੰ ਘਟਾਇਆ ਵੀ ਜਾ ਸਕਦਾ ਹੈ। ਜੇਕਰ ਇਹਨਾਂ ਦੇਸ਼ਾਂ ਦੇ ਰਿਸ਼ਤੇ ਅਮਰੀਕਾ ਨਾਲ ਚੰਗੇ ਰਹਿੰਦੇ ਨੇ ਤੇ ਇਹ ਫਾਇਦੇ ਵਿੱਚ ਰਹਿਣਗੇ, ਪਰ ਜੇ ਇਹਨਾਂ ਦੇ ਰਿਸ਼ਤੇ ਅਮਰੀਕਾ ਦੇ ਨਾਲ ਚੰਗੇ ਨਹੀਂ ਰਹੇ ਤਾਂ ਇਹਨਾਂ ਨੂੰ ਨੁਕਸਾਨ ਹੋ ਸਕਦਾ ਹੈ। ਇਹ ਸਿੱਧੇ ਤੌਰ ਤੇ ਇੱਕ ਚੇਤਾਵਨੀ ਹੈ ਟਰੰਪ ਦੇ ਵੱਲੋਂ। ਸੋ ਇਸ ਦਾ ਸਮਾਂ ਵਧਾ ਕੇ 1 ਅਗਸਤ ਤੱਕ ਕਰ ਦਿੱਤਾ ਗਿਆ, ਯਾਨੀ 1 ਅਗਸਤ ਤੋਂ ਬਾਅਦ ਇਹਨਾਂ ਸਾਰੇ ਦੇਸ਼ਾਂ ਤੇ ਟੈਰਿਫ ਲਗਾਇਆ ਜਾਏਗਾ। ਇਸ ਤੋਂ ਪਹਿਲਾਂ ਵਾਈਟ ਹਾਊਸ ਦੀ ਪ੍ਰੈਸ ਸਕੱਤਰ ਕੈਰੋਲਿਨ ਲੈਵਿਟ ਨੇ ਐਲਾਨ ਕੀਤਾ ਸੀ ਕਿ ਟਰੰਪ 9 ਜੁਲਾਈ ਦੀ ਟੈਰਿਫ ਸਮਾਂ ਸੀਮਾ 1 ਅਗਸਤ ਤੱਕ ਵਧਾ ਰਹੇ ਹਨ। ਦਰਅਸਲ ਟਰੰਪ ਨੇ 2 ਅਪ੍ਰੈਲ ਨੂੰ ਕਈ ਦੇਸ਼ਾਂ ਲਈ 50% ਤੱਕ ਦੇ ਪਰਸਪਰ ਟੈਰਿਫ ਦਾ ਐਲਾਨ ਕੀਤਾ ਸੀਗਾ। ਇਸ ਦਿਨ ਟਰੰਪ ਨੇ ਹਰ ਇੱਕ ਦੇਸ਼ ਦੇ ਉੱਤੇ ਟੈਰਿਫ ਲਗਾਇਆ ਸੀ, ਜਿਸ ਵਿੱਚ ਭਾਰਤ ਵੀ ਸ਼ਾਮਲ ਸੀ ਔਰ ਭਾਰਤ ਤੋਂ 25% ਟੈਰਿਫ ਲਗਾਇਆ ਗਿਆ ਸੀ। ਇਸ ਰੈਸੀਪ੍ਰੋਕਲ ਟੈਰਿਫ ਦੇ ਵਿੱਚ ਟਰੰਪ ਨੇ ਕਿਹਾ ਸੀ ਕਿ ਜਿਹੜਾ ਦੇਸ਼ ਅਮਰੀਕਾ ਦੇ ਜਿੰਨਾ ਟੈਰਿਫ ਲਗਾਏਗਾ, ਅਮਰੀਕਾ ਵੀ ਉਸ ਦੇਸ਼ ਤੇ ਉਨਾ ਹੀ ਟੈਰਿਫ ਲਗਾਏਗਾ। 9 ਅਪ੍ਰੈਲ ਨੂੰ ਟੈਰਿਫ ਲਾਗੂ ਹੋਣ ਤੋਂ ਬਾਅਦ ਸਟਾਕ ਮਾਰਕੀਟ ਡਿੱਗ ਗਈ ਅਤੇ ਬਾਂਡ ਮਾਰਕੀਟ ਵਿੱਚ ਵੀ ਉਥਲ-ਪੁਥਲ ਹੋ ਗਈ, ਜਿਸ ਤੋਂ ਬਾਅਦ ਟਰੰਪ ਨੇ ਦੇਸ਼ਾਂ ਨੂੰ ਗੱਲਬਾਤ ਲਈ 3 ਹੋਰ ਮਹੀਨੇ ਦਿੱਤੇ। ਟਰੰਪ ਦਾ ਕਹਿਣਾ ਹੈ ਕਿ ਅਮਰੀਕਾ ਹੁਣ ਪਹਿਲਾਂ ਨਾਲੋਂ ਮਜ਼ਬੂਤ ਅਤੇ ਅਮੀਰ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਸਾਡੇ ਕੋਲ ਪਹਿਲਾਂ ਕਦੇ ਵੀ ਇੰਨੇ ਨਿਵੇਸ਼ ਅਤੇ ਆਰਥਿਕ ਆંકੜੇ ਨਹੀਂ ਸਨ। ਜੇ ਅਸੀਂ ਚਾਹੀਏ ਤਾਂ ਹੋਰ ਸਖਤ ਹੋ ਸਕਦੇ ਹਾਂ। ਯਾਨੀ ਕਿ ਅਗਰ ਆਪਾਂ ਇਸ ਗੱਲ ਨੂੰ ਲੈ ਕੇ ਕਹੀਏ ਸਖਤੀ ਬਾਰੇ ਤਾਂ ਟਰੰਪ ਕਹਿੰਦੇ ਕਿ ਆਪਾਂ ਹੋਰ ਸਖਤ ਵੀ ਹੋ ਸਕਦੇ ਹਾਂ, ਪਰ ਦੋਸਤਾਨਾ ਸਬੰਧਾਂ ਨੂੰ ਦੇਖਦੇ ਹੋਏ ਅਸੀਂ ਨਰਮ ਰਵੱਈਆ ਅਪਣਾ ਰਹੇ ਹਾਂ। ਪਰ ਇਸ ਦੇ ਨਾਲ ਹੀ ਹੁਣ ਇੱਕ ਉਮੀਦ ਜਿਹੜੀ ਜਤਾਈ ਜਾ ਰਹੀ ਹੈ ਕਿ ਭਾਰਤ ਦੇ ਨਾਲ ਜੋ ਸਮਝੌਤੇ ਨੇ ਉਹ ਬਹੁਤ ਚੰਗੇ ਹੋ ਸਕਦੇ ਨੇ। ਭਾਰਤ ਨੂੰ ਲੈ ਕੇ ਡੋਨਾਲਡ ਟਰੰਪ ਦਾ ਇਹ ਕਹਿਣਾ ਹੈ ਕਿ ਭਾਰਤ ਦੇ ਨਾਲ ਜੋ ਵਪਾਰ ਸੌਦਾ ਹੋਣ ਵਾਲਾ ਉਹ ਕਾਫੀ ਕਰੀਬ ਹੈ। ਇਸ ਕਰਕੇ ਹਾਲੇ ਤੱਕ ਭਾਰਤ ਨੂੰ ਇਸ ਸੂਚੀ ਤੋਂ ਬਾਹਰ ਰੱਖਿਆ ਗਿਆ। ਟਰੰਪ ਨੇ ਭਾਰਤ ਨਾਲ ਵਪਾਰ ਸਮਝੌਤੇ ਪ੍ਰਤੀ ਇੱਕ ਪੋਜ਼ਿਟਿਵ ਰਵੱਈਆ ਦਿਖਾਇਆ। ਉਹਨਾਂ ਨੇ ਕਿਹਾ ਕਿ ਅਸੀਂ ਭਾਰਤ ਨਾਲ ਸਮਝੌਤੇ ਦੇ ਬਹੁਤ ਨੇੜੇ ਹਾਂ। ਹਾਲਾਂਕਿ ਉਹਨਾਂ ਨੇ ਇਸ ਬਾਰੇ ਜ਼ਿਆਦਾ ਜਾਣਕਾਰੀ ਤਾਂ ਨਹੀਂ ਦਿੱਤੀ। ਭਾਰਤ ਅਤੇ ਅਮਰੀਕਾ ਦੇ ਵਿਚਕਾਰ ਵਪਾਰਕ ਸਬੰਧ ਹਮੇਸ਼ਾ ਮਹੱਤਵਪੂਰਨ ਰਹੇ ਹਨ ਅਤੇ ਸਮਝੌਤਾ ਦੋਵਾਂ ਦੇਸ਼ਾਂ ਲਈ ਲਾਭਦਾਇਕ ਹੋ ਸਕਦਾ ਹੈ। ਟਰੰਪ ਦਾ ਇਹ ਬਿਆਨ ਭਾਰਤ ਲਈ ਇੱਕ ਵੱਡੀ ਖਬਰ ਹੈ, ਇੱਕ ਚੰਗੀ ਖਬਰ ਵੀ ਹੈ, ਕਿਉਂਕਿ ਇਹ ਟੈਰਿਫ ਦੇ ਬੋਝ ਤੋਂ ਬਚਦੇ ਹੋਏ ਵਪਾਰ ਨੂੰ ਵਧਾਉਣ ਦਾ ਮੌਕਾ ਪ੍ਰਦਾਨ ਕਰ ਸਕਦਾ ਹੈ। ਇਸ ਦੌਰਾਨ ਟਰੰਪ ਦੀ ਟੈਰਿਫ ਨੀਤੀ ਨੇ ਵਿਸ਼ਵ ਵਪਾਰ ਵਿੱਚ ਹਲਚਲ ਪੈਦਾ ਕਰ ਦਿੱਤੀ ਹੈ। ਕਈ ਦੇਸ਼ਾਂ ਨੇ ਹੁਣ ਅਮਰੀਕਾ ਦੇ ਨਾਲ ਗੱਲਬਾਤ ਸ਼ੁਰੂ ਕਰ ਦਿੱਤੀ ਹੈ ਤਾਂ ਜੋ ਉਹ ਟੈਰਿਫ ਦੇ ਬੋਝ ਤੋਂ ਬਚ ਸਕਣ। ਆਉਣ ਵਾਲੇ ਦਿਨ ਇਹ ਦਿਖਾਉਣਗੇ ਕਿ ਭਾਰਤ ਅਤੇ ਅਮਰੀਕਾ ਵਿਚਕਾਰ ਇਹ ਸੰਭਾਵੀ ਸਮਝੌਤਾ ਕਿੰਨਾ ਪ੍ਰਭਾਵਸ਼ਾਲੀ ਸਾਬਤ ਹੁੰਦਾ ਹੈ। ਇਹ ਦੇਖਣਾ ਹੋਏਗਾ, ਕਿਉਂਕਿ ਇਸ ਨਾਲ ਭਾਰਤ ਨੂੰ ਬਹੁਤ ਫਾਇਦਾ ਹੋ ਸਕਦਾ ਹੈ ਅਗਰ ਇਹ ਸਮਝੌਤਾ ਇੱਕ ਸਫਲਤਾਪੂਰਵਕ ਨਤੀਜੇ ਤੇ ਨਿਕਲੇ, ਇੱਕ ਸਫਲ ਨਤੀਜੇ ਤੇ ਨਿਕਲੇ ਤਾਂ ਕਰਕੇ। ਸੋ ਟਰੰਪ ਦਾ ਭਾਰਤ ਲਈ ਹੁਣ ਕੀ ਨਵਾਂ ਐਲਾਨ ਹੈ ਇਹ ਥੋੜੇ ਸਮੇਂ ਤੱਕ ਪਤਾ ਚੱਲ ਜਾਏਗਾ, ਪਰ ਹਾਲੇ ਤੱਕ ਇਹ ਬਿਲਕੁਲ ਕਲੀਅਰ ਨਹੀਂ ਹੋਇਆ ਹੈ ਕਿ ਆਖਿਰ ਕਿਸ ਸਮਝੌਤੇ ਨੂੰ ਲੈ ਕੇ ਇਹਨਾਂ ਦੋਨਾਂ ਦੇ ਵਿੱਚ ਗੱਲਬਾਤ ਹੋ ਰਹੀ ਹੈ ਜੋ ਬਹੁਤ ਜ਼ਿਆਦਾ ਕਰੀਬ ਹੈ। ਕਾਫੀ ਲੰਬੇ ਸਮੇਂ ਤੋਂ, ਮੈਂ ਕਹਾਂ ਤਾਂ 1 ਮਹੀਨੇ ਤੋਂ ਅਸੀਂ ਸਿਰਫ ਇੱਕੋ ਤਰ੍ਹਾਂ ਦੀਆਂ ਖਬਰਾਂ ਸੁਣ ਰਹੇ ਹਾਂ, ਉਹ ਹੈ ਹਵਾਈ ਜਹਾਜ਼ ਦੀਆਂ। ਲਗਾਤਾਰ ਹਵਾਈ ਜਹਾਜ਼ ਨੂੰ ਲੈ ਕੇ ਕੋਈ ਨਾ ਕੋਈ ਅਪਡੇਟ, ਕੋਈ ਖਬਰ, ਕੋਈ ਘਟਨਾ ਸਾਹਮਣੇ ਆ ਹੀ ਰਹੀ ਹੈ। ਬਹੁਤ ਸਾਰੇ ਜਹਾਜ਼ ਦੁਰਘਟਨਾ ਦਾ ਸ਼ਿਕਾਰ ਹੋ ਰਹੇ ਨੇ। ਕਿਸੇ ਜਹਾਜ਼ ਦੇ ਵਿੱਚ ਦਰਵਾਜ਼ਾ ਖੁੱਲ ਜਾਂਦਾ ਹੈ, ਕਿਸੇ ਜਹਾਜ਼ ਦੇ ਵਿੱਚ ਇੰਜਨ ਖਰਾਬ ਹੋ ਜਾਂਦਾ ਹੈ,
ਕਿਸੇ ਜਹਾਜ਼ ਦੇ ਪਲਟਣ ਦੀ ਖਬਰ ਆਉਂਦੀ ਹੈ, ਕਿਸੇ ਜਹਾਜ਼ ਦੇ ਵਿੱਚ ਅੱਗ ਲੱਗ ਜਾਂਦੀ ਹੈ, ਕਿਸੇ ਜਹਾਜ਼ ਦਾ ਪੰਛੀ ਟਕਰਾ ਜਾਂਦਾ ਹੈ। ਐਸੀਆਂ ਖਬਰਾਂ ਤਕਰੀਬਨ ਕਾਫੀ ਲੰਬੇ ਸਮੇਂ ਤੋਂ ਆ ਰਹੀਆਂ ਨੇ, ਖਾਸ ਤੌਰ ਤੋਂ ਉਦੋਂ ਜਦੋਂ ਦਾ ਹੈਦਰਾਬਾਦ ਦੇ ਵਿੱਚ ਹਵਾਈ ਜਹਾਜ਼ ਹਾਦਸਾ ਹੋਇਆ, ਜਿਸ ਵਿੱਚ 241 ਤੋਂ ਵੀ ਜ਼ਿਆਦਾ ਲੋਕ ਮਾਰੇ ਗਏ ਨੇ ਔਰ ਇਸ ਵਿੱਚ ਬਹੁਤ ਸਾਰੇ ਲੋਕਾਂ ਨੇ ਆਪਣੀ ਜ਼ਿੰਦਗੀ ਗਵਾ ਦਿੱਤੀ, ਪਰ ਇੱਕ ਆਦਮੀ ਨੇ ਆਪਣੀ ਜਾਨ ਨੂੰ ਬੜੀ ਮੁਸ਼ਕਿਲ ਦੇ ਨਾਲ ਬਚਾਇਆ, ਜਾਂ ਫਿਰ ਮੈਂ ਕਹਾਂ ਕਿ ਉਹ ਕੁਦਰਤੀ ਬਚ ਗਿਆ। ਇਹਨਾਂ ਸਾਰੇ ਯਾਤਰੀਆਂ 'ਚੋਂ ਸਿਰਫ ਇੱਕ ਯਾਤਰੀ ਬਚਿਆ ਜਿਸਨੇ ਆਪਣੀ ਆਪ ਬੀਤੀ ਸੁਣਾਈ, ਜਿਸ ਨੂੰ ਸੁਣ ਕੇ ਇਸ ਗੱਲ ਦਾ ਅਹਿਸਾਸ ਹੋ ਸਕਦਾ ਹੈ ਕਿ ਇਹ ਮੰਜ਼ਰ ਕਿੰਨਾ ਜ਼ਿਆਦਾ ਭਿਆਨਕ ਸੀਗਾ। ਪਰ ਇਸ ਹਾਦਸੇ ਤੋਂ ਬਾਅਦ ਹਰ ਇੱਕ ਬੋਇੰਗ ਜਹਾਜ਼ ਵਿੱਚ ਕਈ ਤਰ੍ਹਾਂ ਦੀ ਦਿੱਕਤਾਂ ਆਉਣੀਆਂ ਸ਼ੁਰੂ ਹੋ ਗਈਆਂ। ਇਹ ਗੱਲਾਂ ਮੈਂ ਤਾਂ ਕਰ ਰਹੀ ਹਾਂ ਕਿਉਂਕਿ ਇਸ ਟਾਈਮ ਮੈਂ ਜਿਸ ਜਹਾਜ਼ ਬਾਰੇ ਗੱਲ ਕਰਨ ਜਾ ਰਹੀ ਹਾਂ ਉਸ ਦਾ ਮਸਲਾ ਥੋੜਾ ਜਿਹਾ ਅਲੱਗ ਹੈ ਜੁੜਿਆ ਇਹ ਵੀ ਜਹਾਜ਼ ਦੇ ਨਾਲ, ਪਰ ਫਿਰ ਵੀ ਇਸ ਵਿੱਚ ਥੋੜਾ ਮਸਲਾ ਅਲੱਗ ਹੈ। ਇਹ ਜਿਸ ਘਟਨਾ ਦਾ ਸ਼ਿਕਾਰ ਹੋਇਆ ਇਹ ਸ਼ਾਇਦ ਹੀ ਕਿਸੇ ਨੇ ਸੁਣੀ ਹੋਏ। ਤੁਹਾਨੂੰ ਦੱਸਵਾਂ ਕਿ ਬਹੁਤ ਸਾਰੇ ਜਹਾਜ਼ ਅਜਿਹੇ ਹਨ ਜਿਹੜੇ ਤਕਨੀਕੀ ਖਰਾਬੀ ਜਾਂ ਖਰਾਬ ਮੌਸਮ ਕਾਰਨ ਉਡਾਨ ਭਰਨ ਵਿੱਚ ਦੇਰੀ ਕਰ ਦਿੰਦੇ ਹਨ। ਇਸ ਕਰਕੇ ਇਹ ਰੀਜ਼ਨ ਹੁੰਦਾ ਹੈ ਕਿ ਉਡਾਨਾਂ ਨੂੰ ਦੇਰੀ ਨਾਲ ਚਲਾਇਆ ਜਾਂਦਾ ਹੈ। ਗੁਜਰਾਤ ਦੇ ਡਾਇਮੰਡ ਸਿਟੀ ਦੀ ਗੱਲ ਕਰਨ ਜਾ ਰਹੀ ਹਾਂ ਮੈਂ, ਜਿਸ ਨੂੰ ਸੂਰਤ ਕਿਹਾ ਜਾਂਦਾ ਹੈ। ਉਸ ਵਿੱਚ ਇੱਕ ਅਜੀਬ ਜਿਹੀ ਘਟਨਾ ਸਾਹਮਣੇ ਆਈ ਹੈ ਜਿਸ ਨੂੰ ਸੁਣ ਕੇ ਲੋਕ ਹੈਰਾਨ ਹੋ ਗਏ ਹਨ। ਇੰਡੀਗੋ ਦੀ ਸੂਰਤ ਜੈਪੁਰ ਉਡਾਨ ਜੋ ਸੋਮਵਾਰ ਸ਼ਾਮ 4:30 ਦੇ ਕਰੀਬ ਵਜੇ ਰਵਾਨਾ ਹੋਣੀ ਸੀ, ਲਗਭਗ 1 ਘੰਟਾ ਦੇਰੀ ਨਾਲ ਰਵਾਨਾ ਹੋਈ। ਇਸ ਦੇਰੀ ਦਾ ਕਾਰਨ ਸੀ ਮਧੂਮੱਖੀਆਂ ਦਾ ਝੁੰਡ। ਹੁਣ ਤੁਸੀਂ ਸੁਣ ਕੇ ਹੈਰਾਨ ਹੋਵੋਗੇ ਕਿ ਆਖਿਰ ਮਧੂਮੱਖੀਆਂ ਦੇ ਝੁੰਡ ਦਾ ਇਸ ਦੇਰੀ ਦੇ ਨਾਲ ਕੀ ਲੈਣਾ ਦੇਣਾ। ਉਡਾਨ ਭਰਨ ਤੋਂ ਪਹਿਲਾਂ ਜਹਾਜ਼ ਤੇ ਮਧੂਮੱਖੀਆਂ ਦਾ ਝੁੰਡ ਆ ਗਿਆ, ਜਿਸ ਨੂੰ ਹਟਾਉਣ ਲਈ ਬਹੁਤ ਕੋਸ਼ਿਸ਼ਾਂ ਕਰਨੀਆਂ ਪਈਆਂ। ਫਿਰ 50 ਮਿੰਟ ਤੋਂ ਵੱਧ ਦੇਰੀ ਤੋਂ ਬਾਅਦ ਉਡਾਨ ਭਰਨ ਦੇ ਯੋਗ ਹੋ ਗਈ ਅਤੇ ਹਵਾਈ ਅੱਡਾ ਅਥਾਰਟੀ ਨੇ ਸੁੱਖ ਦਾ ਸਾਹ ਲਿਆ। ਇਹ ਮਧੂਮੱਖੀਆਂ ਚਾਹੇ ਛੋਟੀਆਂ ਹੁੰਦੀਆਂ ਨੇ, ਪਰ ਇਹ ਬਹੁਤ ਵੱਡਾ ਨੁਕਸਾਨ ਵੀ ਕਰ ਦਿੰਦੀਆਂ ਨੇ। ਦੱਸ ਦਈਏ ਕਿ ਜਹਾਜ਼ ਵਿੱਚ ਸਵਾਰ ਸਵਾਰੀਆਂ ਨੂੰ ਜਦੋਂ ਮਧੂਮੱਖੀਆਂ ਦੇ ਝੁੰਡ ਵੱਲੋਂ ਕੀਤੇ ਹਮਲੇ ਦਾ ਪਤਾ ਲੱਗਾ ਤਾਂ ਹਫੜਾ ਦਫੜੀ ਮਚ ਗਈ, ਕਿਉਂਕਿ ਮਧੂਮੱਖੀਆਂ ਦਾ ਝੁੰਡ ਅਗਰ ਹਮਲਾ ਕਰ ਦਿੰਦਾ ਹੈ ਤੇ ਇਨਸਾਨ ਦਾ ਸਾਹ ਲੈਣਾ ਵੀ ਬਹੁਤ ਮੁਸ਼ਕਿਲ ਹੋ ਜਾਂਦਾ ਹੈ, ਕਿਉਂਕਿ ਇਹ ਝੁੰਡ ਇੰਨਾ ਖਤਰਨਾਕ ਹੁੰਦਾ ਹੈ ਕਿ ਤੁਹਾਡੀ ਜਾਨ ਵੀ ਲੈ ਸਕਦਾ ਹੈ। ਔਰ ਸਵਾਰੀਆਂ ਨੇ ਜਦੋਂ ਖਬਰ ਸੁਣੀ ਤੇ ਹਫੜਾ ਦਫੜੀ ਮਚ ਗਈ। ਮਧੂਮੱਖੀਆਂ ਦਾ ਝੁੰਡ ਜਹਾਜ਼ ਦੇ ਸਮਾਨ ਰੱਖਣ ਵਾਲੇ ਦਰਵਾਜ਼ੇ ਦੇ ਹਿੱਸੇ ਤੇ ਬੈਠ ਗਿਆ, ਜਿਸ ਕਾਰਨ ਸਮਾਨ ਲੋਡ ਕਰਨ ਦਾ ਕੰਮ ਰੁਕ ਗਿਆ। ਉਸ ਸਮੇਂ ਸਾਰੇ ਯਾਤਰੀ ਜਹਾਜ਼ ਵਿੱਚ ਬੈਠੇ ਹੋਏ ਸਨ ਅਤੇ ਜਹਾਜ਼ ਉਡਾਨ ਭਰਨ ਦੀ ਤਿਆਰੀ ਕਰ ਰਿਹਾ ਸੀ, ਪਰ ਮਧੂਮੱਖੀਆਂ ਦੇ ਹਮਲੇ ਕਾਰਨ ਹਵਾਈ ਅੱਡੇ ਦੇ ਸਟਾਫ ਨੂੰ ਲਾਈਟਾਂ ਬੰਦ ਕਰਨੀਆਂ ਪਈਆਂ। ਜਹਾਜ਼ ਤੇ ਹਮਲਾ ਕਰਨ ਵਾਲੀਆਂ ਮਧੂਮੱਖੀਆਂ ਨੇ ਭਜਾਉਣ ਦੇ ਲਈ ਰਵਾਇਤੀ ਤਰੀਕੇ ਨਾਲ ਧੂਏ ਦੀ ਵਰਤੋਂ ਕੀਤੀ ਗਈ, ਪਰ ਇਸ ਨਾਲ ਵੀ ਮਧੂਮੱਖੀਆਂ ਨਹੀਂ ਹਟੀਆਂ। ਇਸ ਤੋਂ ਬਾਅਦ ਹਵਾਈ ਅੱਡਾ ਪ੍ਰਸ਼ਾਸਨ ਨੇ ਫਾਇਰ ਬ੍ਰਿਗੇਡ ਨੂੰ ਬੁਲਾਇਆ। ਫਾਇਰ ਫਾਈਟਰਸ ਨੇ ਪਾਣੀ ਦਾ ਇੱਕ ਤੇਜ਼ ਜੈਟ ਛਿੜਕਾ ਕਰਕੇ ਮਧੂਮੱਖੀਆਂ ਨੂੰ ਭਜਾ ਦਿੱਤਾ। 1 ਘੰਟੇ ਦੀ ਸਖਤ ਮਿਹਨਤ ਤੋਂ ਬਾਅਦ ਮਧੂਮੱਖੀਆਂ ਨੂੰ ਰੋਸ਼ਨੀ ਤੋਂ ਹਟਾਇਆ ਜਾ ਸਕਿਆ। ਇਸ ਤੋਂ ਬਾਅਦ ਇੰਡੀਗੋ ਦੀ ਉਡਾਨ ਸ਼ਾਮ 5:26 ਤੇ ਰਵਾਨਾ ਹੋਈ। ਇਸ ਦੌਰਾਨ ਰੋਸ਼ਨੀ ਵਿੱਚ ਬੈਠੇ ਯਾਤਰੀ ਪਰੇਸ਼ਾਨ ਹੋ ਗਏ, ਪਰ ਉਡਾਨ ਭਰਨ ਤੋਂ ਬਾਅਦ ਉਹਨਾਂ ਨੇ ਸੁੱਖ ਦਾ ਸਾਹ ਲਿਆ। ਸੋ ਇਸ ਤਰੀਕੇ ਦੇ ਰੀਜ਼ਨ ਵੀ ਹੋ ਸਕਦੇ ਨੇ, ਜਹਾਜ਼ ਨਾਲ ਕੁਝ ਵੀ ਹੋ ਸਕਦਾ ਹੈ। ਇਸ ਤੋਂ ਪਹਿਲੇ ਇੱਕ ਖਬਰ ਆਈ ਸੀ ਜਿਸ ਵਿੱਚ ਉੜਦੇ ਜਹਾਜ਼ ਦਾ ਦਰਵਾਜ਼ਾ ਖੁੱਲ ਗਿਆ। ਸੋਚੋ ਕਿੰਨਾ ਭਿਆਨਕ ਉਦੋਂ ਸਮਾਂ ਹੋ ਜਾਂਦਾ ਹੈ ਜਦੋਂ ਇਸ ਤਰੀਕੇ ਦੀ ਘਟਨਾ ਹੋ ਜਾਂਦੀ ਹੈ ਔਰ ਯਾਤਰੀਆਂ ਦੇ ਵਿੱਚ ਇੱਕ ਡਰ ਦਾ ਮਾਹੌਲ ਪੈਦਾ ਹੋ ਜਾਂਦਾ ਹੈ, ਕਿਉਂਕਿ ਉਹ ਯਾਤਰੀ ਇੱਕ ਹਵਾ ਦੇ ਵਿੱਚ ਹੁੰਦੇ ਨੇ। ਹਵਾ ਦੇ ਵਿੱਚ ਕੁਝ ਵੀ ਹੋ ਜਾਏ ਤਾਂ ਇਹ ਯਾਤਰੀਆਂ ਦੀ ਸੁਰੱਖਿਆ ਨੂੰ ਲੈ ਕੇ ਇੱਕ ਬਹੁਤ ਵੱਡਾ ਸਵਾਲ ਪੈਦਾ ਕਰ ਦਿੰਦਾ ਹੈ। ਇਸ ਦੇ ਨਾਲ ਇਹ ਜਹਾਜ਼ ਦਾ ਫਿਲਹਾਲ ਜ਼ਮੀਨ ਤੇ ਸੀਗਾ, ਜਿਸ ਉੱਤੇ ਮਧੂਮੱਖੀਆਂ ਨੇ ਹਮਲਾ ਕਰ ਦਿੱਤਾ, ਪਰ ਖੁਸ਼ਕਿਸਮਤੀ ਇਹ ਰਹੀ ਕਿ ਕੋਈ ਵੀ ਯਾਤਰੀ ਜਾਂ ਕੋਈ ਵੀ ਮੈਂਬਰ ਇਸ ਵਿੱਚ ਜ਼ਖਮੀ ਨਹੀਂ ਹੋਇਆ ਔਰ ਇਹ ਮਧੂਮੱਖੀਆਂ ਨੂੰ ਆਰਾਮ ਦੇ ਨਾਲ ਹਟਾ ਦਿੱਤਾ ਗਿਆ। ਚਾਹੇ ਥੋੜਾ ਟਾਈਮ ਲੱਗਿਆ, 50 ਮਿੰਟ ਲੱਗੇ, ਪਰ ਇਹਨਾਂ ਮਧੂਮੱਖੀਆਂ ਨੇ ਕਿਸੇ ਨੂੰ ਕੋਈ ਹੋਰ ਨੁਕਸਾਨ ਨਹੀਂ ਪਹੁੰਚਾਇਆ। ਜੀ ਹਾਂ, ਹੁਣ ਗੱਲ ਕਰਦੇ ਹਾਂ ਜੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਯੂਕਰੇਨ ਨੂੰ ਲੈ ਕੇ ਦਿੱਤੀ ਗਈ ਮਦਦ ਦੀ। ਯੂਕਰੇਨ ਤੇ ਰੂਸ ਦੀ ਜੰਗ ਕਾਫੀ ਲੰਬੇ ਸਮੇਂ ਤੋਂ ਹੈ ਔਰ ਯੂਕਰੇਨ ਰੂਸ ਦੇ ਵਿੱਚ ਜੋ ਤਕਰਾਰ ਹੈ ਉਸ ਵਿੱਚ ਹਾਲੇ ਤੱਕ ਸ਼ਾਂਤੀ ਨਹੀਂ ਬਣ ਪਾਈ ਹੈ। ਇਹ ਵੀ ਉਹ ਦੋ ਦੇਸ਼ ਨੇ ਜਿਨ੍ਹਾਂ ਦੇ ਵਿੱਚ ਸ਼ਾਂਤੀ ਸਥਾਪਿਤ ਕਰਨਾ ਬਹੁਤ ਜ਼ਰੂਰੀ ਹੈ। ਅਮਰੀਕਾ ਇੱਥੇ ਪੂਰੀ ਸਹਾਇਤਾ ਕਰ ਰਿਹਾ ਹੈ ਯੂਕਰੇਨ ਦੀ, ਜਿਵੇਂ ਇਜ਼ਰਾਈਲ ਦੀ ਸਹਾਇਤਾ ਰਾਸ਼ਟਰਪਤੀ ਕਰ ਰਹੇ ਨੇ ਡੋਨਾਲਡ ਟਰੰਪ, ਉਸੇ ਤਰੀਕੇ ਨਾਲ ਯੂਕਰੇਨ ਦੀ ਸਹਾਇਤਾ ਕੀਤੀ ਜਾ ਰਹੀ ਹੈ। ਯੂਕਰੇਨ ਨੂੰ ਹਥਿਆਰ ਮੁਹੱਈਆ ਕਰਵਾਏ ਜਾ ਰਹੇ ਨੇ, ਪਰ ਪਿੱਛੇ ਜਿਹੇ ਇਹਨਾਂ ਹਥਿਆਰਾਂ ਨੂੰ ਬੰਦ ਕਰ ਦਿੱਤਾ ਗਿਆ ਸੀ, ਪਰ ਹੁਣ ਇੱਕ ਵੱਡੀ ਅਪਡੇਟ ਇਹ ਸਾਹਮਣੇ ਆ ਰਹੀ ਹੈ ਕਿ ਇਹਨਾਂ ਹਥਿਆਰਾਂ ਨੂੰ ਦੁਬਾਰਾ ਦੇ ਦਿੱਤਾ ਗਿਆ। ਜੀ ਹਾਂ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਯੂਕਰੇਨ ਨੂੰ ਹਥਿਆਰਾਂ ਦੀ ਸਪਲਾਈ ਬੰਦ ਕਰਨ ਦਾ ਆਦੇਸ਼ ਜਾਰੀ ਕਰਨ ਦੇ ਕੁਝ ਦਿਨ ਬਾਅਦ ਹੀ ਕਿਹਾ ਹੈ ਕਿ ਅਮਰੀਕਾ ਕੀਵ ਨੂੰ ਹੋਰ ਹਥਿਆਰ ਭੇਜੇਗਾ। ਉਹਨਾਂ ਦਾ ਇਹ ਬਿਆਨ ਪਿਛਲੇ ਹਫਤੇ ਪੈਂਟਾਗਨ यानी कि अमरीकी रक्षा मंत्रालय का मुख दफ्तर है उस वालों किए गए ऐलान तो बाद उन्होंने अचानक रुख विच आई तब्दीली नूं दर्शाउंदा है।
ਇੱਥੇ ਪੈਂਟਾਗਨ ਨੇ ਕਿਹਾ ਸੀ ਕਿ ਉਹ ਯੂਕਰੇਨ ਨੂੰ ਹਵਾਈ ਹਮਲਿਆਂ ਤੋਂ ਬਚਾਅ ਕਰਨ ਵਾਲੀਆਂ ਮਿਜ਼ਾਈਲਾਂ, ਸ਼ੁੱਧਤਾ ਨਿਸ਼ਾਨਾ ਤੋਪਾਂ ਜਿਹੇ ਕੁਝ ਹਥਿਆਰ ਭੇਜਣਾ ਬੰਦ ਕਰ ਰਿਹਾ ਹੈ। ਇਹ ਹੁਕਮ ਇਸ ਲਈ ਲਿਆ ਗਿਆ ਸੀ ਕਿਉਂਕਿ ਅਮਰੀਕਾ ਚਿੰਤਿਤ ਹੈ ਕਿ ਉਸ ਦੇ ਆਪਣੇ ਹਥਿਆਰਾਂ ਦਾ ਭੰਡਾਰ ਬਹੁਤ ਘੱਟ ਹੋ ਗਿਆ। ਯੂਕਰੇਨ ਨੂੰ ਹੋਰ ਹਥਿਆਰ ਭੇਜਣ ਦੇ ਸਵਾਲ ਤੇ ਟਰੰਪ ਨੇ ਪੱਤਰਕਾਰਾਂ ਨੂੰ ਕਿਹਾ, ਸਾਨੂੰ ਇਹ ਕਰਨਾ ਪਵੇਗਾ, ਉਹਨਾਂ ਨੂੰ ਆਪਣਾ ਬਚਾਅ ਕਰਨ ਦੇ ਯੋਗ ਹੋਣਾ ਪਵੇਗਾ, ਇਸ ਕਰਕੇ ਉਹਨਾਂ ਦੀ ਮਦਦ ਕੀਤੀ ਜਾਏਗੀ। ਉਧਰ ਯੂਕਰੇਨ ਦੇ ਅਧਿਕਾਰੀਆਂ ਨੇ ਕਿਹਾ ਕਿ ਰੂਸ ਵੱਲੋਂ ਕੀਵ ਤੇ ਕੀਤੇ ਗਏ ਹਮਲਿਆਂ ਵਿੱਚ ਘੱਟੋ-ਘੱਟ 11 ਨਾਗਰਿਕ ਮਾਰੇ ਗਏ। ਤੁਹਾਨੂੰ ਦੱਸ ਦਵਾਂ ਕਿ ਰੂਸ ਲਗਾਤਾਰ ਯੂਕਰੇਨ ਤੇ ਹਮਲਾ ਕਰ ਰਿਹਾ ਹੈ, ਉਸ ਵੇਲੇ ਯੂਕਰੇਨ ਵੱਲੋਂ ਵੀ ਜਵਾਬ ਦਿੱਤਾ ਜਾ ਰਿਹਾ ਹੈ। ਪਿਛਲੇ 2 ਦਿਨ ਪਹਿਲਾਂ ਹੀ ਰੂਸ ਨੇ 100 ਤੋਂ ਵੱਧ ਮਿਜ਼ਾਈਲਾਂ ਜਿਹੜੀਆਂ ਸੀ ਯੂਕਰੇਨ ਤੇ ਯਾਨੀ ਕੀਵ ਦੇ ਉੱਤੇ ਦਾਗੀਆਂ ਸੀਗੀਆਂ। ਇਸ ਵਿੱਚ 11 ਲੋਕ ਮਰ ਚੁੱਕੇ ਨੇ ਨਾਗਰਿਕ ਅਤੇ 7 ਬੱਚਿਆਂ ਸਮੇਤ 80 ਤੋਂ ਵੱਧ ਲੋਕ ਜ਼ਖਮੀ ਹੋ ਗਏ ਨੇ। ਇਨ੍ਹਾਂ ਯੁੱਧ ਵਿੱਚ ਸਿਰਫ ਫੌਜੀਆਂ ਜਾਂ ਫਿਰ ਸੈਨਿਕਾਂ ਨੂੰ ਨੁਕਸਾਨ ਨਹੀਂ ਪਹੁੰਚਦਾ, ਇਹ ਯੁੱਧ ਹੁਣ ਲੋਕਾਂ ਦੀ ਨਿੱਜੀ ਜ਼ਿੰਦਗੀ ਦੇ ਉੱਤੇ ਵੀ ਪਹੁੰਚ ਚੁੱਕੇ ਨੇ, ਯਾਨੀ ਕਿ ਲੋਕਾਂ ਦੇ ਵਿੱਚ ਇੱਕ ਡਰ ਤੇ ਸਹਿਮ ਦਾ ਮਾਹੌਲ ਹੈ ਔਰ ਉਹਨਾਂ ਨੂੰ ਨਹੀਂ ਪਤਾ ਕਿ ਕਦੋਂ ਉਹਨਾਂ ਉੱਤੇ ਅਟੈਕ ਹੋ ਜਾਏ। ਇਹ ਹਮਲੇ ਆਮ ਨਾਗਰਿਕਾਂ ਉੱਤੇ ਵੀ ਕੀਤੇ ਜਾ ਰਹੇ ਨੇ, ਜਿਸ ਕਰਕੇ ਉਹਨਾਂ ਦੀ ਜਾਨ ਹਰ ਸਮੇਂ 24 ਘੰਟੇ ਇੱਕ ਸੰਕਟ ਵਿੱਚ ਬਣੀ ਰਹਿੰਦੀ ਹੈ, ਇੱਕ ਮੁਸੀਬਤ ਵਿੱਚ ਬਣੀ ਰਹਿੰਦੀ ਹੈ, ਜਿਸ ਵਿੱਚ ਉਹਨਾਂ ਨੂੰ ਕੋਈ ਉਹ ਨਹੀਂ ਹੈ, ਯਾਨੀ ਕਿ ਇਸ ਵਿੱਚ ਉਹਨਾਂ ਨੂੰ ਕੋਈ ਇਸ ਗੱਲ ਦੀ ਗਾਰੰਟੀ ਨਹੀਂ ਕਿ ਉਹਨਾਂ ਦੀ ਜਾਨ ਬਚੇਗੀ ਕਿ ਨਹੀਂ ਬਚੇਗੀ। ਜਿਸ ਤਰੀਕੇ ਨਾਲ ਇਹ ਹਮਲਾ ਹੋਇਆ, ਇਸ ਵਿੱਚ 80 ਤੋਂ ਵੱਧ ਲੋਕੀ ਜੋ ਜ਼ਖਮੀ ਹੋਏ ਨੇ, ਜਿਸ ਵਿੱਚ ਬਹੁਤ ਸਾਰੇ ਬੱਚੇ ਸ਼ਾਮਲ ਨੇ ਔਰ 11 ਲੋਕ ਮਾਰੇ ਗਏ ਨੇ ਜੋ ਆਮ ਨਾਗਰਿਕ ਸੀ। ਰੂਸ ਨੇ ਹਾਲ ਹੀ ਵਿੱਚ ਯੂਕਰੇਨ ਦੇ ਨਾਗਰਿਕ ਖੇਤਰਾਂ ਤੇ ਆਪਣੇ ਹਵਾਈ ਹਮਲੇ ਤੇਜ਼ ਕਰ ਦਿੱਤੇ। ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੈਲੈਂਸਕੀ ਨੇ ਇਹ ਕਿਹਾ ਕਿ ਰੂਸ ਨੇ ਪਿਛਲੇ ਹਫ਼ਤੇ ਯੂਕਰੇਨ ਤੇ ਲਗਭਗ 1270 ਡਰੋਨ, 39 ਮਿਜ਼ਾਈਲਾਂ ਅਤੇ ਲਗਭਗ 1000 ਸ਼ਕਤੀਸ਼ਾਲੀ ਗਲਾਈਡ ਬੰਬ ਦਾਗੇ। ਹੁਣ ਤੁਸੀਂ ਖੁਦ ਸੋਚੋ, ਇੰਨੇ ਜ਼ਿਆਦਾ ਬੰਬ ਸੁੱਟਣ ਦੇ ਨਾਲ ਕੀ ਹਾਲਾਤ ਉੱਥੇ ਪੈਦਾ ਹੋਏ ਹੋਣਗੇ। ਫਿਲਹਾਲ ਇਹਨਾਂ ਦੇਸ਼ਾਂ ਦੀ ਹਾਲਤ ਬਹੁਤ ਜ਼ਿਆਦਾ ਨਾਜ਼ੁਕ ਬਣੀ ਹੋਈ ਹੈ ਔਰ ਇਹਨਾਂ ਦੇਸ਼ਾਂ ਦੇ ਵਿੱਚ ਹਾਲੇ ਤੱਕ ਸ਼ਾਂਤੀ ਜੋ ਹੈ ਸਥਾਪਿਤ ਨਹੀਂ ਹੋ ਸਕੀ ਹੈ। ਇਸ ਦੇ ਨਾਲ ਹੀ ਤੁਹਾਨੂੰ ਦੱਸ ਦਵਾਂ ਕਿ ਟਰੰਪ ਪ੍ਰਸ਼ਾਸਨ ਨੇ ਆਪਣਾ ਨਵਾਂ ਐਲਾਨ ਕੀਤਾ ਹੈ। ਜੀ ਹਾਂ, ਟਰੰਪ ਪ੍ਰਸ਼ਾਸਨ ਨੇ ਸੀਰੀਆ ਦੇ ਨਵੇਂ ਰਾਸ਼ਟਰਪਤੀ ਅਹਿਮਦ ਅਲ ਸ਼ਾਰਾ ਦੀ ਅਗਵਾਈ ਵਾਲੇ ਸਮੂਹ ਤੋਂ ਅੱਤਵਾਦੀ ਸੰਗਠਨ ਦਾ ਦਰਜਾ ਵਾਪਸ ਲੈ ਲਿਆ ਹੈ। ਇਹ ਕਦਮ ਸੀਰੀਆ ਦੀ ਨਵੀਂ ਅੰਤਰਿਮ ਸਰਕਾਰ ਨਾਲ ਅਮਰੀਕਾ ਦੇ ਸਬੰਧਾਂ ਨੂੰ ਬਿਹਤਰ ਬਣਾਉਣ ਦੀਆਂ ਕੋਸ਼ਿਸ਼ਾਂ ਦਾ ਹਿੱਸਾ ਹੈ। ਉਧਰ ਹੀ ਇੱਕ ਬਿਆਨ ਦੇ ਵਿੱਚ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਕਿਹਾ ਕਿ ਇਹ ਬਦਲਾਅ ਮੰਗਲਵਾਰ ਤੋਂ ਲਾਗੂ ਹੋਵੇਗਾ ਅਤੇ ਇਹ ਨਵੀਂ ਸੀਰੀਆਈ ਸਰਕਾਰ ਦੁਆਰਾ ਚੁੱਕੇ ਗਏ ਸਕਾਰਾਤਮਕ ਕਦਮਾਂ ਨੂੰ ਮਾਨਤਾ ਦਿੰਦਾ ਹੈ। ਇਸ ਦੇ ਨਾਲ ਹੀ ਤੁਹਾਨੂੰ ਦੱਸਵਾਂ ਕਿ ਫੈਡਰਲ ਰਜਿਸਟਰ ਨੇ ਇੱਕ ਨੋਟਿਸ ਪ੍ਰਕਾਸ਼ਿਤ ਕੀਤਾ ਹੈ, ਜਿਸ ਵਿੱਚ ਇਹ ਕਿਹਾ ਗਿਆ ਹੈ ਕਿ ਰੂਬੀਓ ਨੇ ਇਹ ਫੈਸਲਾ 23 ਜੂਨ ਨੂੰ ਅਟਾਰਨੀ ਜਨਰਲ ਅਤੇ ਵਿੱਤ ਵਿਭਾਗ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਲਿਆ। ਇਸ ਫੈਸਲੇ ਦਾ ਪਹਿਲਾਂ ਐਲਾਨ ਨਹੀਂ ਕੀਤਾ ਗਿਆ ਸੀ। ਹਾਲਾਂਕਿ ਇਹ ਫੈਸਲਾ ਅਜਿਹੇ ਸਮੇਂ ਲਿਆ ਗਿਆ ਹੈ ਜਦੋਂ ਟਰੰਪ ਪ੍ਰਸ਼ਾਸਨ ਸਾਬਕਾ ਰਾਸ਼ਟਰਪਤੀ ਬਸ਼ਰ ਅਲ ਅਸਦ ਦੇ ਸ਼ਾਸਨ ਦੌਰਾਨ ਲਗਾਈਆਂ ਗਈਆਂ ਕਈ ਅਮਰੀਕੀ ਪਾਬੰਦੀਆਂ ਨੂੰ ਘਟਾਉਣ ਜਾਂ ਖਤਮ ਕਰਨ ਵੱਲ ਵਧ ਰਿਹਾ ਹੈ। ਸੋ ਅਮਰੀਕੀ ਸਰਕਾਰ ਦੁਆਰਾ ਜਾਰੀ ਇੱਕ ਸੰਖੇਪ ਨੋਟਿਸ ਵਿੱਚ ਕਿਹਾ ਗਿਆ ਹੈ ਕਿ ਅਲ ਨੁਸਰਾ ਫਰੰਟ ਨੂੰ ਵਿਦੇਸ਼ੀ ਅੱਤਵਾਦੀ ਸੰਗਠਨ ਯਾਨੀ FTO ਦੀ ਸੂਚੀ ਤੋਂ ਹਟਾਇਆ ਜਾ ਰਿਹਾ ਹੈ। ਇਹ ਉਹੀ ਸਮੂਹ ਹੈ ਜਿਸ ਨੂੰ ਹੁਣ ਹਯਾਤ ਤਹਿਰੀਰ ਅਲ ਸ਼ਾਮ ਵਜੋਂ ਜਾਣਿਆ ਜਾਂਦਾ ਹੈ। ਇਹ ਸਮੂਹ ਪਹਿਲਾਂ ਅਲ ਕਾਇਦਾ ਨਾਲ ਜੁੜਿਆ ਹੋਇਆ ਸੀ ਅਤੇ 2017 ਦੇ ਵਿੱਚ ਇਸ ਤੋਂ ਵੱਖ ਹੋ ਗਿਆ ਸੀ। ਟਰੰਪ ਪ੍ਰਸ਼ਾਸਨ ਨੇ ਪਹਿਲਾਂ ਇਸ ਨੂੰ ਅੱਤਵਾਦੀ ਸੰਗਠਨ ਘੋਸ਼ਿਤ ਕੀਤਾ ਸੀ, ਪਰ ਹੁਣ ਇਸ ਨੂੰ ਅੱਤਵਾਦੀ ਸੰਗਠਨ ਤੋਂ ਬਾਹਰ ਕਰ ਦਿੱਤਾ ਗਿਆ ਹੈ। ਸੋ ਟਰੰਪ ਵੱਲੋਂ ਇੱਕ ਵੱਡਾ ਕਦਮ ਜਿਹੜਾ ਸੀਰੀਆ ਸਰਕਾਰ ਦਾ ਲਿਆ ਗਿਆ ਹੈ। ਇਸ ਦੇ ਨਾਲ ਹੀ ਟਰੰਪ ਜਿਹੜੇ ਨੇ ਲਗਾਤਾਰ ਕੋਈ ਨਾ ਕੋਈ ਨਵਾਂ ਐਲਾਨ ਕਰਦੇ ਰਹਿੰਦੇ ਨੇ ਔਰ ਟੈਰਿਫ ਨੂੰ ਲੈ ਕੇ ਉਹਨਾਂ ਨੇ ਜੋ ਫੈਸਲਾ ਲਿਆ ਹੈ, ਇਸ ਤੋਂ ਇਲਾਵਾ ਉਹਨਾਂ ਨੇ ਬ੍ਰਿਕਸ ਦੇਸ਼ਾਂ ਤੇ ਟੈਰਿਫ ਲਗਾਉਣ ਦਾ ਐਲਾਨ ਵੀ ਕੀਤਾ ਸੀਗਾ। ਤੁਹਾਨੂੰ ਦੱਸ ਦਵਾਂ ਕਿ ਚਾਹੇ ਭਾਰਤ ਨੂੰ ਇਸ ਸੂਚੀ ਵਿੱਚ ਸ਼ਾਮਲ ਨਹੀਂ ਕੀਤਾ ਗਿਆ, ਪਰ ਬ੍ਰਿਕਸ ਦੇਸ਼ਾਂ ਦੇ ਵਿੱਚ ਭਾਰਤ ਸ਼ਾਮਲ ਹੁੰਦਾ ਹੈ ਔਰ ਟਰੰਪ ਨੇ ਕਿਹਾ ਹੈ ਕਿ ਬ੍ਰਿਕਸ ਦੇਸ਼ਾਂ ਦੇ ਉੱਤੇ ਟੈਕਸ ਲਗਾਏਗਾ, ਟੈਰਿਫ ਲਗਾਏਗਾ। ਇਹ ਧਮਕੀ ਦਿੱਤੀ ਹੈ ਅਗਰ ਬ੍ਰਿਕਸ ਦੇਸ਼ ਕੋਈ ਵੀ ਅਮਰੀਕੀ ਵਿਰੋਧੀ ਗਤੀਵਿਧੀ ਕਰਦੇ ਨੇ ਤਾਂ। ਸੋ ਅਸੀਂ ਅੱਜ ਦੇ ਪ੍ਰੋਗਰਾਮ ਇੰਟਰਨੈਸ਼ਨਲ ਅਪਡੇਟ ਵਿੱਚ ਕੁਝ ਖਾਸ ਅਪਡੇਟਸ ਦੇਸ਼ ਤੇ ਵਿਦੇਸ਼ ਨਾਲ ਜੁੜੀਆਂ ਹੋਈਆਂ ਹੋਰ ਅਪਡੇਟਸ ਲੈ ਕੇ ਮੈਂ ਸੁਰਭੀ ਫਿਰ ਤੋਂ ਹਾਜ਼ਰ ਹੋਵਾਂਗੀ। ਤੁਸੀਂ ਬਨੇ ਰਹੋ ਜੀ ਸਾਡੇ ਚੈਨਲ ਪੰਜਾਬ ਮਿਲ USA TV ਦੇ ਨਾਲ। ਇਸ ਨੂੰ ਲਾਈਕ, ਸ਼ੇਅਰ, ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਮੈਨੂੰ ਦਿਓ ਜੀ ਆ ਗਿਆ। ਤੁਹਾਡੇ ਸਭ ਦਾ ਬਹੁਤ ਬਹੁਤ ਧੰਨਵਾਦ।